ਸਾਰੇ ਸਟੂਡੈਂਟਸ ਨੂੰ ਸਤਿ ਸ੍ਰੀ ਅਕਾਲ। ਅਸੀਂ ਸੰਪੂਰਨ ਸੰਖਿਆਵਾਂ ਭਾਵ ਇੰਟੀਜਰਸ ਉੱਤੇ ਕਾਫੀ ਡਿਸਕਸ਼ਨ ਕੀਤੀ ਹੈ ਹੁਣ ਤੱਕ। ਉਹਨਾਂ ਦੀ ਐਡੀਸ਼ਨ, ਸਬਟ੍ਰੈਕਸ਼ਨ, ਮਲਟੀਪਲੀਕੇਸ਼ਨ ਤੇ ਡਿਵੀਜ਼ਨ। ਅੱਜ ਆਪਾਂ ਉਸ ਤੋਂ ਥੋੜਾ ਜਿਹਾ ਇੱਕ ਕਦਮ ਅੱਗੇ ਚੱਲਦੇ ਹਾਂ। ਬਹੁਤ ਛੋਟੀਆਂ ਕਲਾਸਾਂ 'ਚ ਅਸੀਂ ਇੱਕ ਲਫ਼ਜ਼ ਸੁਣਦੇ ਆਏ ਹਾਂ, ਸਕਸੈਸਰ ਤੇ ਪ੍ਰੀਡਿਸੈਸਰ। ਸਕਸੈਸਰ ਤੋਂ ਭਾਵ ਅਗੇਤਰ। ਅਗੇਤਰ ਮਤਲਬ ਅੱਗੇ। ਅੱਗੇ ਕੌਣ? ਅਗੇਤਰ। ਔਰ ਪ੍ਰੀਡਿਸੈਸਰ ਪਿਛੇਤਰ। ਪਿੱਛੇ ਕੌਣ? ਹੁਣ ਇਹਦੇ ਵਿੱਚ ਸਾਨੂੰ ਜਦੋਂ ਲਿਖੇ ਹੁੰਦਾ ਹੈ ਕਿਹਾ ਜਾਂਦਾ ਸੀ ਵੀ 9 ਦਾ ਅਗੇਤਰ ਲਿਖੋ, 9 ਦਾ ਅਗੇਤਰ। ਤੇ ਸਾਡੇ ਲਈ ਬੜਾ ਸੌਖਾ ਹੁੰਦਾ ਸੀ, ਆਪਾਂ ਗਿਣਤੀ ਸਿੱਖੀ ਹੁੰਦੀ ਸੀ ਤੇ ਕਹਿੰਦੇ ਆ ਜੀ 9 ਦਾ ਅਗੇਤਰ 10 ਆ। ਜੇ ਛੋਟੀ ਮੋਟੀ ਗਿਣਤੀ ਹੋਣੀ ਫਿਰ ਕਹਿਣਾ ਜੀ ਤੁਸੀਂ ਜੀ 23 ਦਾ ਅਗੇਤਰ ਦੱਸੋ ਜੀ, ਤੇ ਕਹਿਣਾ ਜੀ 24 ਆ। ਪਰ ਜਦੋਂ ਨਿੱਕੇ ਬੱਚੇ ਨੂੰ ਅਗੇਤਰ ਪੁੱਛਣਾ ਨਾ 100 ਦਾ ਅਗੇਤਰ ਦੱਸੋ, ਤੇ ਉਹਨੇ ਕਹਿ ਦੇਣਾ ਜੀ 200। ਤੇ ਹੁੰਦਾ ਤੇ ਗਲਤ ਹੀ। ਫਿਰ ਅਸੀਂ ਕਿਹਾ ਵੀ ਇਦਾਂ ਕਰਿਆ ਕਰੀਏ, ਬੱਚੇ ਨੂੰ ਕਿਹਾ ਕਰੀਏ ਵੀ ਤੂੰ ਨਾ 1 ਜਮਾ ਕਰ ਲਿਆ ਕਰ, ਤੇ 1 ਜਮਾ ਕੀਤਾ ਤੇਰਾ ਮਸਲਾ ਹੱਲ ਹੋ ਜਾਏਗਾ। ਤੇ ਫਿਰ ਉਹ ਬੱਚਾ ਇਹ ਗੱਲ ਸਿੱਖ ਗਿਆ ਵੀ 100 ਦੇ 'ਚ 1 ਜਮਾ ਕਰਦਾ ਵਾਂ ਤੇ ਬਣਦਾ ਜੀ 101। ਇਹਦਾ ਮਤਲਬ ਅਗੇਤਰ ਕਿੰਨਾ ਹੈਗਾ 100 ਦਾ ਜੀ 101। ਇਸ ਪ੍ਰਕਾਰ ਫਿਰ ਆਪਾਂ ਉਸ ਬੱਚੇ ਨੂੰ ਇਹ ਗੱਲ ਯਾਦ ਕਰਵਾ ਦਿੱਤੀ ਵੀ ਅਗੇਤਰ ਫਾਈਂਡ ਕਰਨ ਲਈ 1 ਜਮਾ ਕਰਨਾ, ਤੇ ਜਦੋਂ ਪਿਛੇਤਰ ਫਾਈਂਡ ਕਰਨਾ ਪਿੱਛੇ ਵਾਲਾ ਤੇ 1 ਮਾਈਨਸ ਕਰਨਾ। ਤੇ ਹੋਇਆ ਕੀ ਵੀ ਉਸ ਤਰ੍ਹਾਂ ਦੇ ਬੱਚੇ ਸਾਰੇ ਸਵਾਲ ਕੱਢਦੇ ਹੁੰਦੇ ਸੀ, ਪਰ ਆਮ ਕਰਕੇ ਜਿਹਨੂੰ ਥੋੜਾ ਜਿਹਾ ਸਵਾਲ ਔਖਾ ਲੱਗਣਾ ਨਾ, ਤੇ ਇਹੋ ਜਿਹਾ ਸਵਾਲ ਲਿਖ ਦੇਣਾ ਜੀ 599 ਦਾ ਅਗੇਤਰ ਲਿਖੋ। ਤੇ ਇਹੋ ਜਿਹੀਆਂ ਗੱਲਾਂ ਕਨਫਿਊਜ਼ ਕਰਦੀਆਂ। ਤੇ ਫਿਰ ਆਪਾਂ ਬੱਚੇ ਨੂੰ ਕਿਹਾ ਵੀ 1 ਜਮਾ ਕਰ ਲਿਆ ਕਰੋ, 9 ਤੇ 1 10, 9 ਤੇ 1 10 ਕਿੰਨਾ ਆ ਗਿਆ 600। ਇੱਧਰ ਆਪਾਂ ਜਾਣ ਕੇ ਪੁੱਛ ਲਿਆ ਕਰਨਾ ਔਖੀ ਗੱਲ ਵੀ 1000 ਦਾ ਪਿਛੇਤਰ ਦੱਸੋ। ਤੇ ਫਿਰ ਆਪਾਂ ਅਬਲ ਤੇ ਸਾਨੂੰ ਇਹ ਗੱਲ ਕਦੀ ਰਟਾਉਣੀ ਨਹੀਂ ਚਾਹੀਦੀ ਵੀ 1 ਜਮਾ ਕਰੋ ਜਾਂ 1 ਘਟਾਓ। ਇਹ ਬੱਚਾ ਚੀਜ਼ਾਂ ਆਪਣੇ ਦਿਮਾਗ 'ਚੋਂ ਆਪੇ ਲੱਭ ਲੈਂਦਾ। ਠੀਕ ਹੈ, ਚਲੋ ਜੀ। ਫਿਰ ਆਪਾਂ 76000 ਚੋਂ ਕਰਨ ਲਈ 1 ਮਾਈਨਸ ਕਰ ਦਿੰਦੇ ਹਾਂ, ਤੇ ਉਹ ਕਿੰਨਾ ਬਣ ਗਿਆ ਜੀ 999। ਪਰ ਹੁਣ ਅਸੀਂ ਅੱਜ ਆ ਗਏ ਹਾਂ ਇੰਟੀਜਰਸ ਦੇ ਉੱਤੇ, ਤੇ ਆਓ ਆਪਾਂ ਇੰਟੀਜਰ ਤੇ ਸੰਪੂਰਨ ਸੰਖਿਆਵਾਂ ਤੇ ਕੁਝ ਸਵਾਲ ਕਰੀਏ। ਉਹ ਸਵਾਲ ਇਸ ਪ੍ਰਕਾਰ ਨੇ, ਦੋਨੋਂ ਚੀਜ਼ਾਂ ਇੱਕ ਸਾਈਡ ਅਗੇਤਰ ਫਾਈਂਡ ਕਰਾਂਗੇ ਔਰ ਇੱਕ ਸਾਈਡ ਪਿਛੇਤਰ ਫਾਈਂਡ ਕਰਾਂਗੇ। ਕਹਿਣ ਦਾ ਮਤਲਬ ਕਿ ਮੈਂ ਕਹਿਣਾ ਵਾ -21 ਦਾ ਅਗੇਤਰ ਫਾਈਂਡ। ਹੁਣ -21 ਦਾ ਅਗੇਤਰ ਫਾਈਂਡ ਕਰਨਾ ਤਾਂ ਕੀ ਕਰਨਾ ਜੀ -21 ਵਿੱਚ 1 ਜਮਾ ਕਰ, ਪਲੱਸ ਮਾਈਨਸ ਹੋਣੀ ਹੈ, ਵੱਖ ਵੱਖ ਨਿਸ਼ਾਨ ਨੇ। ਕਿੰਨਾ ਹੈਗਾ ਜੀ 20, ਤੇ ਵੱਡੇ ਨਾਲ ਕੀ ਲੱਗਿਆ ਮਾਈਨਸ। ਜੇਕਰ ਸਾਨੂੰ ਕੋਈ ਕਹਿ ਦੇ ਵੀ -100 ਦਾ ਅਗੇਤਰ ਫਾਈਂਡ ਕਰੋ, ਤੇ ਕੀ ਮੈਥਡ ਹੈ ਜੀ ਉਹਦਾ? ਕੀ ਕਰਨਾ ਫਾਈਂਡ ਕਰਨਾ ਜੀ 1 ਐਡ ਕਰ ਦੇਣਾ। ਜਦੋਂ ਐਡ ਕਰਾਂਗੇ ਤਾਂ ਆਂਸਰ ਕਿੰਨਾ ਹੈਗਾ ਜੀ -99। ਅਸਲ ਦੇ ਵਿੱਚ ਅਗੇਤਰ ਲੱਭਣ ਲਈ 1 ਐਡ ਕਰਦੇ ਆ, ਤੇ ਜੇਕਰ ਦੂਸਰੇ ਪਾਸੇ ਪਿਛੇਤਰ ਫਾਈਂਡ ਕਰਨਾ, ਸਾਨੂੰ ਕਹਿ ਦਿੱਤਾ ਜੀ 70 ਦਾ ਪਿਛੇਤਰ ਫਾਈਂਡ ਕਰੋ, ਤੇ ਫਿਰ ਆਪਾਂ ਕੀ ਕਰਦੇ ਜੀ 70 ਦੇ ਵਿੱਚੋਂ ਕੀ ਮਾਈਨਸ ਕਰਨਾ ਜੀ 1, ਤੇ ਕਿੰਨਾ ਆ ਗਿਆ ਸਾਡੇ ਕੋਲ 69। ਇਹਦੀ ਇੱਕ ਪੋਜ਼ਿਟਿਵ ਨੰਬਰ ਹੀ। ਪਰ ਜੇਕਰ ਸਾਨੂੰ ਕਹਿ ਦਿੰਦੇ -70 ਦਾ ਪਿਛੇਤਰ, ਤੇ ਫਿਰ ਆਪਾਂ ਕੀ ਕਰਨਾ? ਕੰਮ ਤੇ ਉਹੀ ਕਰਨਾ ਵਾ, ਉਹਦਾ -1 ਕਰਨਾ ਵਾ। ਪਰ ਕਿਉਂਕਿ ਦੋਨੋਂ ਸਾਈਨ ਇੱਕੋ ਜਿਹੇ ਨੇ, ਫਿਰ ਐਡੀਸ਼ਨ ਹੋ ਜਾਂਦੀ ਹੈ ਮਾਈਨਸ ਵਾਲੇ, ਤੇ ਬਣ ਗਿਆ -71। ਇਸੇ ਪ੍ਰਕਾਰ ਜੇਕਰ ਸਾਡੇ ਕੋਲ -899 ਲਿਖਿਆ ਵਾ, ਇਹਦਾ ਪਿਛੇਤਰ ਫਾਈਂਡ ਕਰਨਾ, ਤੇ ਕੀ ਕਰਾਂਗੇ -899 -1, ਉਹ ਫਿਰ ਇੱਕੋ ਜਿਹੇ ਹੋ ਗਏ ਜੀ, ਐਡੀਸ਼ਨ ਹੋ ਜਾਏਗੀ ਜੀ। ਤੇ ਉਹ ਕਿੰਨਾ ਬਣ ਗਿਆ ਜੀ -900। ਮੈਂ ਤੁਹਾਨੂੰ ਕੁਝ ਸਵਾਲ ਘਰੋਂ ਵੀ ਕਰਨ ਲਈ ਦਿਆਂਗਾ। ਉਸ ਤੋਂ ਪਹਿਲਾਂ ਥੋੜੀ ਜਿਹੀ ਗੱਲ ਨੰਬਰ ਲਾਈਨ ਦੇ ਤਰੀਕੇ ਮੈਥਡ ਨਾਲ ਵੀ ਸਮਝਾ ਦਈਏ। ਦੇਖੋ ਇਹ ਸਾਡੇ ਕੋਲ ਨੰਬਰ ਲਾਈਨ ਸੀ, ਪਰ ਨੰਬਰ ਲਾਈਨ ਦੇ ਉੱਤੇ ਆਪਾਂ ਨੰਬਰ ਕਿੱਦਾਂ ਡਰਾ ਕਰਦੇ ਸੀ? 0 ਲੈ ਕੇ ਇੱਥੇ 0 1 2 3 4 5
इधर -1 -2 -3 -4 ਹੁਣ ਜਦੋਂ मैं कहना वा भी 3 का मैनू अगेतर दसो तो 3 के अगे कौन है जी 4 तो जे मैं 3 का पिछेतर कहना तो 3 के पिछे कौन है जी 2 अगे वाला हो गया सक्सैसर पिछे वाला हो गया प्रीडिसैसर ਹੁਣ ਇਹ ਤਾਂ ਗੱਲ ਸਮਝ ਆ ਜਾਂਦੀ ਆ ਪਰ ਜਦੋਂ ਆਪਾਂ ਇੱਥੇ ਕਹਿੰਦੇ ਆ ਜੀ -3 ਦਾ ਹੁਣ ਸਾਡਾ ਜਿਹੜਾ -3 ਦਾ ਅਗੇਤਰ ਆ -3 ਦਾ ਜਿਹੜਾ ਅਗੇਤਰ ਆ ਉਹ -2 ਆ ਔਰ -3 ਦਾ ਜਿਹੜਾ ਪਿਛੇਤਰ ਆ ਪਿੱਛੇ ਵਾਲਾ ਪ੍ਰੀਡਿਸੈਸਰ ਉਹ ਕਿੰਨਾ ਵਾ ਜੀ -4 ਆਪਾਂ ਇੱਧਰ ਨੂੰ ਜਾਣੇ ਆ ਅਗੇਤਰ ਅੱਗੇ ਨੂੰ ਔਰ ਇੱਧਰ ਨੂੰ ਜਾਣੇ ਆ ਤੇ ਕੀ ਹੈ ਜੀ ਪਿਛੇਤਰ ਕਹਿਣ ਦਾ ਮੇਰਾ ਮਤਲਬ ਵੀ ਜਦੋਂ ਤੁਹਾਨੂੰ ਕੋਈ ਸਵਾਲ ਦਿੱਤਾ ਜਾਵੇ ਹੁਣ ਮੈਂ ਕੋਈ ਸਵਾਲ ਵੀ ਦਿਆਂਗਾ ਮਜ਼ਾ ਇਸ ਗੱਲ ਦਾ ਵਾ ਵੀ +1 ਤੇ -1 ਇਹ ਨਹੀਂ ਕਰਨਾ ਤੁਸੀਂ ਜ਼ਬਾਨੀ ਪਹਿਲਾਂ ਗੱਲ ਸਾਰੀ ਸਮਝ ਕੇ ਉਸ ਤਰ੍ਹਾਂ ਹੀ ਲਿਖਣੀ ਲਓ ਜੀ ਮੈਂ ਅਗੇਤਰ ਦੇ ਵੀ ਕੁਝ 5 ਸਵਾਲ ਦਿਆਂਗਾ ਤੁਹਾਨੂੰ ਇੱਕ ਲਿਖਦੇ ਹਾਂ ਜੀ 198 दूसरा जी -200 तीसरा केवल ते केवल -30 और चौथा 0 और पंजवा साडे कोले आ -1979 पिछेतर किहदे फाइंड करने हैं जी तुसीं फाइंड करने हैं जी 10,000 का और कितना फाइंड करोगे -8,030 का -999 का फाइंड करोगे तुसीं +100 का और फाइंड करोगे -7,888 ਇਹ ਸਵਾਲ ਤੁਸੀਂ ਕੁਝ ਕਰੋਗੇ ਅਗੇਤਰ ਫਾਈਂਡ ਕਰਨ ਵਾਲੇ ਅਤੇ ਪਿਛੇਤਰ ਫਾਈਂਡ ਕਰਨ ਵਾਲੇ ਔਰ ਇਸ ਦੇ ਨਾਲ ਸਾਡਾ ਸਾਰਾ ਹੀ ਜਿਹੜਾ ਸੰਪੂਰਨ ਸੰਖਿਆਵਾਂ ਦਾ ਟੌਪਿਕ ਸੀ ਐਡੀਸ਼ਨ ਔਰ ਸਬਟ੍ਰੈਕਸ਼ਨ ਗੁਣਾ ਭਾਗ ਪੂਰਾ ਹੁੰਦਾ ਵਾ ਥੋੜਾ ਜਿਹਾ ਕੰਮ ਸਾਡਾ ਰਹਿ ਗਿਆ ਜੀ ਬ੍ਰੈਕਟਸ ਦੇ ਉੱਤੇ ਗੱਲ ਕਰਨ ਦਾ ਪਹਿਲੀ ਗੱਲ ਤਾਂ ਆਪਾਂ ਬ੍ਰੈਕਟਾਂ ਦੀ ਗੱਲ ਕਰਦੇ ਹਾਂ ਜੀ ਬ੍ਰੈਕਟ ਦੇ ਵਿੱਚ ਬ੍ਰੈਕਟਾਂ ਦੇ ਵਿੱਚ ਸਾਡੇ ਕੋਲ ਜਿਹੜੀਆਂ ਬ੍ਰੈਕਟਸ ਨੇ ਉਹ 4 ਕਿਸਮ ਦੀਆਂ ਨੇ ਪਹਿਲਾਂ ਹੁੰਦੀ ਹੈ ਬਾਰ ਬ੍ਰੈਕਟ ਪਹਿਲਾਂ ਹਾਲ ਦੀ ਘੜੀ ਥੋੜੀ ਜਿਹੀ ਗੱਲ ਦੱਸ ਦਈਏ ਫਿਰ ਸਾਡੇ ਕੋਲ ਹੁੰਦੀ ਆ ਸਮਾਲ ਬ੍ਰੈਕਟ ਔਰ ਇਹਨੂੰ ਆਪਾਂ ਕਹਿੰਦੇ ਆ ਕਰਲੀ ਬ੍ਰੈਕਟਸ ਔਰ ਇਹਨੂੰ ਕਹਿੰਦੇ ਆ ਬਿਗ ਬ੍ਰੈਕਟ ਇਹ ਸਾਡੀ ਆ ਬਾਰ ਬ੍ਰੈਕਟ ਔਰ ਇਹ ਸਾਡੀ ਸਮਾਲ ਬ੍ਰੈਕਟ ਆ ਇਹ ਕਰਲੀ ਬ੍ਰੈਕਟ ਆ ਔਰ ਇਹ ਬਿਗ ਬ੍ਰੈਕਟ ਕਹਿ ਲਓ ਭਾਵੇਂ ਸਕੁਅਰ ਬ੍ਰੈਕਟ ਕਹਿ ਲਓ ਇਹ ਬ੍ਰੈਕਟਸ ਦਾ ਮਤਲਬ ਕੀ ਆ ਉਹਦੀ ਆਪਾਂ ਹੁਣ ਗੱਲ ਕਰਦੇ ਆ ਫਿਰ ਆਪਾਂ ਹੌਲੀ ਹੌਲੀ ਅੱਗੇ ਚੱਲਦੇ ਆ ਜੀ ਬ੍ਰੈਕਟ ਦਾ ਮੀਨਿੰਗ ਦੇਖੋ ਇਹ ਆ ਜੀ ਜੇਕਰ ਸਾਡੇ ਕੋਲ ਇੱਕ ਸਵਾਲ ਆ ਲਿਖਿਆ ਜੀ 3 + 2 × 4 ਹੁਣ ਇਹਦਾ ਆਨਸਰ ਕੀ ਹੋਏਗਾ 3 + 2 5 ਤੇ 5 ਨੂੰ 4 ਨਾਲ ਮਲਟੀਪਲਾਈ ਕਰ ਦਈਏ ਕਿੰਨਾ ਹੋ ਗਿਆ 20 ਇਹਦਾ ਆਨਸਰ ਗਲਤ ਆ ਗਲਤ ਇਸ ਕਰਕੇ ਆ ਕਿਉਂਕਿ ਜਿਹੜਾ 3 + 2 ਕਹਿ ਰਿਹਾ ਵਾ 2 ਕਹਿ ਰਿਹਾ ਮੈਨੂੰ ਪਹਿਲਾਂ 4 ਵਾਰੀ ਜਮ੍ਹਾਂ ਕਰੋ ਕਿਉਂਕਿ ਮਲਟੀਪਲਾਈ 4 ਦਾ ਕੀ ਮਤਲਬ ਆ ਵੀ 2 ਕਹਿੰਦਾ ਮੈਨੂੰ 4 ਵਾਰੀ ਜਮ੍ਹਾਂ ਕਰੋ ਹੱਲ ਕਰ ਦਿੱਤਾ ਜੀ ਹੁਣ ਦੇਖੋ ਕੀ ਬਣਿਆ ਜੀ 2 ਤੇ 2 4 4 ਤੇ 2 6 6 ਤੇ 2 8 8 ਤੇ 3 11 ਇਹਦਾ ਐਗਜ਼ੈਕਟ ਆਨਸਰ ਹੈ ਹੁਣ ਕਰੀਏ ਕੀ ਵੀ ਘੜੀ ਮੁੜੀ ਗੱਲ ਸਮਝਣੀ ਔਖੀ ਬੜੀ ਹੈ ਫਿਰ ਆਪਾਂ ਇਹ ਗੱਲ ਕਹਿ ਦਿੱਤੀ ਹੈ ਵੀ ਜਦੋਂ ਵੀ ਕਿਸੇ ਸਵਾਲ ਦੇ ਵਿੱਚ ਮਲਟੀਪਲੀਕੇਸ਼ਨ ਦਾ ਸਾਈਨ ਹੋਵੇ ਪਹਿਲਾਂ ਮਲਟੀਪਲਾਈ ਕਰ ਲਿਆ ਕਰੋ ਇਹ ਗੱਲ ਰਟਾਈ ਤੁਸੀਂ ਕਰਨਾ ਪਹਿਲਾਂ ਮਲਟੀਪਲਾਈ ਕਰਨਾ ਫਿਰ 4 ਦੁਣੀ 8 ਤੇ ਫਿਰ 3 ਪਲੱਸ ਕਰਨੀ ਹੈ ਜੀ ਤੇ ਦੇਖੋ 11 ਆਨਸਰ ਆ ਗਿਆ ਨਾ ਹੁਣ ਸਾਡੇ ਕੋਲ ਸਿੰਬਲ ਤੇ ਬਹੁਤ ਜ਼ਿਆਦਾ ਨੇ ਫਿਰ ਆਪਾਂ ਇੱਕ ਮੈਥਡ ਬਣਾਇਆ ਜਿਹਨੂੰ ਅਸੀਂ ਕਹਿੰਦੇ ਆ ਜੀ ਬਦਮਾਸ਼ ਮੈਥਡ ਬਦਮਾਸ਼ ਤਾਂ ਆ ਗਿਆ ਵੀ ਦਿਮਾਗ 'ਚ ਖੜਕ ਜੇ ਇੱਕ ਵਾਰੀ BO
DMAS। बी मतलब सब तो पहले ब्रैकेट ਨੂੰ ਸੋਲਵ ਕਰਨਾ ਜੀ। ब्रैकेट ਤੋਂ ਬਾਅਦ ਜਿੱਥੇ ਆਫ ਲਿਖਿਆ ਹੋਵੇ OF ਆਫ ਦਾ ਮਤਲਬ ਹੁੰਦਾ ਮਲਟੀਪਲਾਈ, ਪਰ ਜਿੱਥੇ ਆਫ ਲਿਖਿਆ ਨਾ ਪਹਿਲਾਂ ਉੱਥੇ ਮਲਟੀਪਲਾਈ ਦੇ ਸਾਈਨ ਪਾ ਕੇ ਉਹਨੂੰ ਸੋਲਵ ਕਰਨਾ। ਉਹ ਤੋਂ ਬਾਅਦ ਕਰਨੀ ਡਿਵੀਜ਼ਨ। ਡਿਵੀਜ਼ਨ ਤੁਹਾਨੂੰ ਪਤਾ ਵਾ ਕੀ ਹੈ ਜੀ, ਭਾਗ ਕਰਨਾ। ਔਰ ਫਿਰ ਕੀ ਕਰਨੀ ਜੀ, ਮਲਟੀਪਲੀਕੇਸ਼ਨ, ਗੁਣਾ। ਔਰ ਮਲਟੀਪਲੀਕੇਸ਼ਨ ਤੋਂ ਬਾਅਦ ਕੀ ਕਰਨਾ ਜੀ, ਐਡੀਸ਼ਨ। A ਤੋਂ ਐਡ ਕਹਿ ਲਓ ਤੇ S ਤੋਂ ਸਬਟਰੈਕਟ। ਕਹਿਣ ਦਾ ਮਤਲਬ ਸਭ ਤੋਂ ਪਹਿਲਾਂ ਬ੍ਰੈਕਟਾਂ ਸੋਲਵ ਕਰਿਆ ਕਰਾਂਗੇ, ਜੋ ਵੀ ਬ੍ਰੈਕਟਾਂ 'ਚ ਹੋਏਗਾ। ਹੁਣ ਬ੍ਰੈਕਟਾਂ ਸਾਡੂ ਕਿੰਨੀਆਂ ਨੇ, 4 ਪ੍ਰਕਾਰ ਦੀਆਂ। ਸਭ ਤੋਂ ਪਹਿਲਾਂ ਬਾਰ ਬ੍ਰੈਕਟ ਨੂੰ ਸੋਲਵ ਕਰਿਆ ਕਰਾਂਗੇ, ਉਹਨੂੰ ਸੋਲਵ ਕਰਕੇ ਫਿਰ ਸਮਾਲ ਬ੍ਰੈਕਟ ਨੂੰ ਸੋਲਵ ਕਰਿਆ ਕਰਨਾ। ਉਸ ਤੋਂ ਬਾਅਦ ਕਰਲੀ ਬ੍ਰੈਕਟਸ ਨੂੰ ਸੋਲਵ ਕਰਿਆ ਕਰਨਾ। ਉਹਦੇ ਤੋਂ ਬਾਅਦ ਬਿਗ ਬ੍ਰੈਕਟ ਨੂੰ ਸੋਲਵ ਕਰਿਆ ਕਰਨਾ। ਬ੍ਰੈਕਟਸ ਨੂੰ ਸੋਲਵ ਕਰਕੇ ਉਹਦੇ ਤੋਂ ਬਾਅਦ ਆਫ ਨੂੰ ਸੋਲਵ ਕਰਿਆ ਕਰਾਂਗੇ, ਫਿਰ ਡਿਵੀਜ਼ਨ ਨੂੰ, ਫਿਰ ਮਲਟੀਪਲੀਕੇਸ਼ਨ ਨੂੰ। ਡਿਵੀਜ਼ਨ ਨੂੰ ਭਾਗ ਕਰਾਂ, ਜਿੱਥੇ ਭਾਗ ਦਾ ਨਿਸ਼ਾਨ ਹੋਏਗਾ ਉਹਨੂੰ ਹੱਲ ਕਰਾਂਗੇ, ਫਿਰ ਗੁਣਾ ਨੂੰ, ਫਿਰ ਜਮਾ ਨੂੰ, ਤੇ ਫਿਰ ਘਟਾਓ ਨੂੰ। ਆਓ ਇਹਨਾਂ ਸਵਾਲਾਂ ਦੇ ਬੇਸ, ਇਸ ਫਾਰਮੂਲੇ ਦੇ ਬੇਸ ਕੁਝ ਸਵਾਲ ਕਰਦੇ ਹਾਂ, ਤਾਂ ਕਿ ਇਹ ਸਵਾਲ ਬੜੇ ਇੰਪੋਰਟੈਂਟ ਨੇ। ਔਰ ਇਸ ਮੈਥਡ ਨੂੰ ਹਮੇਸ਼ਾ ਯਾਦ ਰੱਖਣਾ, ਕਿਉਂਕਿ ਇਹਨਾਂ ਸਵਾਲਾਂ ਦੇ ਨਾਲ ਹੀ ਅਸੀਂ ਜਿਹੜੇ ਜਿੰਨੀ ਵੀ ਅਗਲੀ ਸਾਡੀ ਮੈਥ ਦੀ 10ਵੀਂ ਤੱਕ ਜਿੰਨਾ ਵੀ ਮੈਥ ਚੱਲਣਾ ਵਾ, ਸਾਨੂੰ ਬੜੀ ਲੋੜ ਆ ਇਹਨਾਂ ਨੂੰ ਸਮਝਣ ਦੀ ਔਰ ਇਹਦੇ ਅਕੋਰਡਿੰਗ ਹੀ ਚੱਲਣਾ। ਇਹ ਨਹੀਂ ਕਿ ਬਸ 7ਵੀਂ 'ਚ ਕਰ ਲਏ ਤੇ ਅੱਗੇ ਮੈਥਡ ਬਦਲ ਗਿਆ, ਮੈਥਡ ਇਹੋ ਹੀ ਰਹਿਣਾ ਵਾ ਜੀ। ਆਓ ਪਹਿਲਾ ਸਵਾਲ ਕਰਦੇ ਹਾਂ। ਇਸ ਜਿਹੜੀ ਸਾਡੇ ਕੋਲ ਦਿੱਤੀ ਆ ਬਦਮਾਸ਼ ਮੈਥਡ ਦੇ ਅਕੋਰਡਿੰਗ ਪਹਿਲਾ ਸਵਾਲ ਲਿਖਦੇ ਹਾਂ ਜੀ। ਪਹਿਲਾ ਸਵਾਲ ਦੇਖੋ ਜੀ ਕੀ ਆ। ਪਹਿਲਾ ਸਵਾਲ 15 ਆਪਾਂ ਜ਼ਿਆਦਾ ਲੈਣਾ ਚਾਹੁੰਦਾ ਮੈਂ ਸਵਾਲ, ਤਾਂ ਕਿ ਸਾਰੀ ਗੱਲਾਂ ਕਲੀਅਰ ਹੋ ਜਾਣ। 15 ਮਾਈਨਸ ਕਰਲੀ ਬ੍ਰੈਕਟਸ 8 plus 27 divide 2 multiply by 8 minus 7 small bracket ਬੰਦ ਕਰਲੀ ਬ੍ਰੈਕਟ ਬੰਦ। ਲਓ ਜੀ, ਇਸ ਸਵਾਲ ਦੇ ਵਿੱਚ ਤੁਹਾਨੂੰ ਕਹੇ ਪਹਿਲਾਂ ਬ੍ਰੈਕਟਾਂ ਨੂੰ ਸੋਲਵ ਕਰਨਾ। ਹੁਣ ਬ੍ਰੈਕਟਾਂ ਸਭ ਤੋਂ ਛੋਟੀ ਬ੍ਰੈਕਟ ਆ ਵਾ, ਪਹਿਲਾਂ ਇਹਨੂੰ ਸੋਲਵ ਕਰਨਾ, ਬਾਕੀ ਕਿਸੇ ਨੂੰ ਕੁਛ ਨਹੀਂ ਕਹਿਣਾ, ਬਾਕੀ ਉਸ ਤਰ੍ਹਾਂ ਹੀ ਲਿਖੀ ਜਾਣਾ। 15 ਮਾਈਨਸ 8, ਇੱਥੇ ਪਲੱਸ ਨਹੀਂ ਕਿਤੇ ਕਰ ਦੇਣਾ, ਡਿਵੀਜ਼ਨ ਵੀ ਪਈ ਆ। ਹੁਣ ਡਿਵੀਜ਼ਨ ਨੂੰ ਪਹਿਲਾਂ ਨਹੀਂ ਸੋਲਵ ਕਰਨਾ, ਪਰ ਉਸ ਤੋਂ ਪਹਿਲਾਂ ਆਹ ਜੀ ਬ੍ਰੈਕਟ ਹੈ 8 plus 27 ਡਿਵਾਈਡ। ਹੁਣ ਛੋਟੀ ਬ੍ਰੈਕਟ ਦੇ ਵਿੱਚ ਵੇਖੋ, ਪਹਿਲਾਂ ਮਲਟੀਪਲਾਈ ਆ ਫਿਰ ਮਾਈਨਸ ਆ, ਪਹਿਲਾਂ ਕਿਤੇ ਮਾਈਨਸ ਨਹੀਂ ਕਰ ਦੇਣਾ। ਨਿੱਕੀ ਬ੍ਰੈਕਟ ਵਿੱਚ ਵੀ ਉਹ ਰੂਲ ਲਾਉਣਾ ਵਾ, ਪਹਿਲਾਂ ਮਲਟੀਪਲਾਈ 8 2 16, ਇਹਨੂੰ ਜੀ ਉੱਦਾਂ ਹੀ ਲਿਖ ਦਿਓ। ਹੌਲੀ ਹੌਲੀ ਕਰਾਂਗੇ ਆਪਾਂ। ਫਿਰ ਕੀ ਆ ਗਿਆ ਜੀ 15 ਮਾਈਨਸ 8 plus 27 ਡਿਵਾਈਡ। ਹੁਣ ਛੋਟੀ ਬ੍ਰੈਕਟ ਨੂੰ ਸੋਲਵ ਕਰਾਂਗੇ। 16 ਚੋਂ 7 ਘਟਾਏ ਕਿੰਨੀ ਆ ਗਈ ਸਾਡੇ ਕੋਲ, 16 7 ਘਟਾਏ ਦੇ 9। ਜਦੋਂ 9 ਆਨਸਰ ਆ ਗਿਆ ਤੇ ਬ੍ਰੈਕਟ ਦੇ ਵਿਚਲਾ ਕੰਮ ਖਤਮ ਹੋ ਗਿਆ, ਤੇ ਬ੍ਰੈਕਟ ਵੀ ਨਾਲ ਹੀ ਖਤਮ ਹੋ ਗਈ। ਆਪਣਾ ਕੰਮ ਖਤਮ ਹੋ ਜਾਂਦਾ ਤੇ ਹੋ ਗਈ। ਹੁਣ ਆਪਾਂ ਆ ਗਏ ਕਰਲੀ ਬ੍ਰੈਕਟ ਦੇ ਵਿੱਚ। ਹੁਣ ਕਰਲੀ ਬ੍ਰੈਕਟ ਦੇ ਵਿੱਚ ਕਿਉਂਕਿ ਇੱਕ ਪਲੱਸ ਹੋ ਰਿਹਾ ਵਾ, ਇੱਕ ਡਿਵਾਈਡ ਹੋ ਰਿਹਾ, ਤੇ ਕਦੀ ਪਲੱਸ ਨਹੀਂ ਪਹਿਲਾਂ ਕਰਨਾ। ਪਹਿਲਾਂ ਕੀ ਕਰਨਾ ਵਾ, ਡਿਵਾਈਡ ਦਾ ਸਾਈਨ ਸੋਲਵ ਕਰਨਾ ਵਾ। 27 ਨੂੰ 9 ਨਾਲ ਡਿਵਾਈਡ ਕਰੀਏ, 9 ਤੇ 27 ਕਿੰਨਾ ਕਰੀ 3। ਹੁਣ ਅਗਲੇ ਪਾਸੇ 15, ਹੁਣ ਵੱਡੀ ਬ੍ਰੈਕਟ ਨੂੰ ਸੋਲਵ ਕਰੀਏ ਜੀ। 8 ਤੇ 3 11, ਨਾਲ ਹੀ ਇਹਦਾ ਵੀ ਕੰਮ ਖਤਮ ਹੋ ਗਿਆ। ਤੇ 15 ਚੋਂ 11 ਮਾਈਨਸ ਕੀਤੇ ਤੇ ਕਿੰਨੇ ਜੀ 4। ਇਸ ਪ੍ਰਕਾਰ ਇਹ ਸਾਰੇ ਸਵਾਲ ਸੋਲਵ ਹੋਣਗੇ। ਜੋ ਆਪਾਂ ਅੱਗੇ ਚੱਲਾਂਗੇ, ਇਹਨਾਂ ਸਵਾਲਾਂ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਵੀ ਮਿਲਣਾ ਵਾ, ਕਿਉਂਕਿ ਇੱਕੋ ਹੀ ਸਵਾਲ ਕੀਤੇ ਆ, ਸਾਰੇ ਸਵਾਲ ਤੁਹਾਨੂੰ ਆ ਨਹੀਂ ਸਕਦੇ। ਮੈਂ ਹੌਲੀ ਹੌਲੀ ਸਾਰੇ ਸਵਾਲ ਕਰਾਂਗਾ, ਪਰ ਲਵਾਂਗੇ ਇੱਦਾਂ ਲੰਬੀਆਂ ਹੀ ਆਪਣੀਆਂ ਸਟੇਟਮੈਂਟਸ, ਤਾਂ ਕਿ ਤੁਹਾਨੂੰ ਜ਼ਿਆਦਾ ਗੱਲ ਸਮਝ ਆ ਸਕੇ। ਹੁਣ ਅਸੀਂ ਇੱਕ ਸਵਾਲ ਹੋਰ ਕਰਦੇ ਹਾਂ। ਸਾਡੇ ਕੋਲ ਲਿਖਿਆ ਜੀ 10 ਮਾਈਨਸ ਕਰਲੀ ਬ੍ਰੈਕਟਸ
इतने करली की जगह ते बिग ब्रैकेट लै लेने जी, बिग ब्रैकेट लेने 8 माइनस इतने करली ब्रैकेट है 9 माइनस छोटी ब्रैकेट 8 माइनस 5 माइनस 3 बार ब्रैकेट स्मॉल ब्रैकेट बंद करली ब्रैकेट बंद बिग ब्रैकेट बंद। बहुत बढ़िया सवाल आया जी, आप इन्नों ही करांगे, बहुत कुछ आया। देखो बार ब्रैकेट भी हैगी है, स्मॉल ब्रैकेट भी हैगी है, करली ब्रैकेट भी हैगी है, बिग ब्रैकेट भी हैगी है, पर सब तो पहला जी सब तो छोटी है, सब तो छोटे गिणती की गल पहला मन ली दी है। सब तो पहला बार ब्रैकेट के अंदर जो है ना वो करांगे जी। बार ब्रैकेट के विच 5 माइनस 3 आ, इस माइनस नूं नाल नहीं लै लेना, सिर्फ इन्नी चीज़ ही आ। आंधी पहले इनू सॉल्व करो, तो लो जी सॉल्व करते हैं जी। 10 माइनस 8 माइनस करली ब्रैकेट 9 माइनस स्मॉल ब्रैकेट 8 माइनस जो बार ब्रैकेट में सॉल्व किया 5 माइनस 3 किया तो कितना हो गया जी 2 हो गया, तो नाले बार ब्रैकेट का काम खत्म हो गया। बार ब्रैकेट उड़ गई है, तो हम अगे की रह गया जी, ये ब्रैकेट छोटी बंद करके करली बंद करके वड्डी बंद कर दी है। उस तो बाद हम देखो इस ब्रैकेट की गल करांगे 8 माइनस 9 हम इस ब्रैकेट सॉल्व करांगे 8 से 2 माइनस किए 6 तो नाले वो ब्रैकेट का काम खत्म हो गया। तो जो काम खत्म हो गया तो ब्रैकेट भी नाले खत्म हो गई, जो ब्रैकेट का काम खत्म तो ब्रैकेट खत्म। फिर क्या की जी 10 माइनस 8 हम करली ब्रैकेट काम छोटा ही है, थोड़ा ही है, ना उन्हें शेकता है जी कितना हो गई 3 तो नाले साड़ी ये ब्रैकेट खत्म हो गई। और ये तो अगे जी हम 10 माइनस 8 चो 3 घटाए 5 मैं इतने दस देना भावें ब्रैकेट पा भी लो कोई गल नहीं, पा ली जी, पर अंदर का काम सॉल्व हो चुका वा, तो हुण आप ब्रैकेट को खत्म कर सकते हैं। तो कितना है जी 5, ये साडा क्या है जी 5। इस प्रकार जो वड्डी छोटी कितनी सानू ब्रैकेटां दित्तियां हुण तो आप इन्हां सॉल्व कर सकते हैं। और इस तरह के साडे कोल होर सवाल हैगे ने जिहड़े आपां करदे हां, इहो ਜਿਹੇ ਜਿਹਦੇ ਵਿੱਚ ਹੁਣ ਆਪਾਂ साइन चेंज करके लेने हैं ताकि सानू गल ज़्यादा समझ आ सके। उस प्रकार का होर सवाल एक नैक्सट सवाल लेने हैं, और वो सवाल साडे कोल है जी 5। हुण थोड़ी जी मल्टीप्लीकेशन भी हैगी है साडे कोले, और मल्टीप्लाई दे विच ये भी तुहानू गल दसनी है। नैक्सट क्वेश्चन करते नहीं 5 और अगले साइड ते बिल्कुल नाल ही करली ब्रैकेट शुरू हो गई है जी। इत्थे लिखा जी -6 तो अगे आ गया जी प्लस छोटी 12 डिवाइड 4 ते नाल ही करली ब्रैकेट। किसी भी ब्रैकेट के बाहर कोई नंबर पिया होवे ते विच कोई साइन ना होवे ते असल च ओहदे नाल मल्टीप्लाई हो रहा होंदा। जिद्दां इत्थे 5 है ना तो अगे करली ब्रैकेट पई है, इट मीनस ये इस सारी चीज़ को सॉल्व करांगे जो आएगा ਉਹਨੂੰ 5 ਨਾਲ ਕੀ ਕਰਾਂਗੇ ਮਲਟੀਪਲਾਈ। ਹੁਣ ਪਹਿਲਾਂ ਸੋਲਵ ਕਰਦੇ ਹਾਂ ਜੀ 5 ਕਰਲੀ ਬ੍ਰੈਕਟ ਸ਼ੁਰੂ ਹੋ ਗਈ -6 ਪਲੱਸ ਹੁਣ ਇਸ ਨਿੱਕੀ ਬ੍ਰੈਕਟ ਨੂੰ ਸੋਲਵ ਕਰਾਂਗੇ 12 ਨੂੰ 4 ਨਾਲ ਕੀਤਾ ਡਿਵਾਈਡ 4 ਤੀਆਂ 12 ਤੇ ਕਿੰਨਾ ਆ ਗਿਆ 3। ਮੈਂ ਹੁਣ ਬ੍ਰੈਕਟ ਜਾਣ ਕੇ ਪਾਈ ਹੈ ਤੁਹਾਨੂੰ ਸਮਝਾਉਣ ਲਈ। ਹੁਣ ਦੇਖੋ ਇੱਥੇ ਤੇ ਨਿੱਕੀ ਬ੍ਰੈਕਟ ਪਈ ਹੀ ਪਰ ਇਹ ਇਕੱਲਾ ਹੀ ਨੰਬਰ ਹੈ -6, ਇਹ 'ਚ 2 नंबर की डिवीजन हो रही, इतने कोई काम होना, इतने कोई काम की लोड़ नहीं। तो इस करके आप इनू उदा ही लिख दिता, इनू मैं जान के उदा लिख दिता तुहानू समझाउण लई भी जेकर हुण देखो ये -6 है तो +3 है, तो ये देखो जी की बन गया जी 5 करली ब्रैकेट इनू सॉल्व करिए जी साइन ओपोजिट होंदे माइनस हो जाता तो वड्डे नाल माइनस लग्या जी -3। हुण ये देखो जगह मल्टीप्लाई ये प्लस का है माइनस का माइनस साइन आएगा 5 3 यार ये साडा की हो गया जी 5। इस प्रकार ये भी सवाल जिहदे विच ब्रैकेट्स के बाहर कोई साइन ना होवे नंबर के ब्रैकेट दे विच तो नंबर हमेशा ही उस पूरी ब्रैकेट नूं की करदा जी मल्टीप्लाई करदा। और आप नैक्सट सवाल करते हैं साडे कोले हुण सैकंड सम है साडे कोले एक्सरसाइज 5th का
और वो लिखा जी 10 माइनस करली ब्रैकेट 56 डिवाइड -16 प्लस 9। थोड़े थोड़े सवाल चंगे होने लग पे ने और सवाल दे विच बस कोई टेंशन नहीं गी। पहले ब्रैकेट देखनी है और ब्रैकेट देख के सॉल्व कर देना जी। हुण जो करली ब्रैकेट सॉल्व करनी पर करली फिर समाल आ गई है तो आप पहले की करांगे जी डिवाइड देखो -16 प्लस 9 कितना होंदा जी 16 में 9 हटाइए 7 कितना गया -7। हुण इत्थे ब्रैकेट छोटी पाउणी पई है क्यों पाउणी पई है क्योंकि साडे कोले 7 नैगेटिव आ गया वा तो फिर वो चंगा नहीं लगता जेकर आप इस तरह लिख दीए इधर लिख दी ये ठीक नहीं है। दो साइन इक्को जिहे आ जाते हैं। असल च कहने का मतलब होंदा भी एक इंटीजर 56 है और दूजा इंटीजर कितना वा जी -7 है और 56 नूं -7 नाल डिवाइड करन लगे हैं। तो इस तुहानूं गल समझाई ही भी जदों भी डिवीजन विच एक पॉजिटिव तो एक नैगेटिव होवे तो आंसर हमेशा ही नैगेटिव होंदा। तो 56 नूं 7 ना कीता तो आंसर कितना 8 आ गया जी। हुण आ देखो कितनी वधिया गल है। हुण ब्रैकेट के अंदर तो माइनस है बाहर भी माइनस है जो बाहर माइनस होवे तो अंदर का साइन चेंज हो जाता। असल च माइनस मल्टीप्लाई भी हो रहा होंदा तो कि बन जाता जी +8 तो कितना बनेगा जी 8। इस प्रकार ये सारे सवाल बहुत ही मज़ेदार ने और एक बार समझ आ जाए सी ये ब्रैकेट को सॉल्व किद्दां करना तो ये सारे सवाल करने बहुत मज़ा आता। और बस गल तो मैथड की है जी मैथड समझ आ गया तो मान लो कि सारे साढ़े सवाल हो गए। थोड़ा जिहा होर एक सवाल मैं लेना चाहना वा ताकि आपां थोड़ी ज़्यादा गल कर सकीए। सिंपलीफाई करना सॉल्व करना नैक्सट क्वेश्चन हो और नैक्सट क्वेश्चन की है साढ़े कोले जी -9 माइनस करली ब्रैकेट्स -8 प्लस छोटी ब्रैकेट 24 डिवाइड 13 - 7 बार ब्रैकेट स्मॉल ब्रैकेट बंद तो करली ब्रैकेट भी। सारे सवाल सेम ही ने पर क्योंकि प्रैक्टिस नाल ही सारी चीज़ आती है प्रैक्टिस बिना तो कोई चीज़ नहीं बनती। सॉल्व करिए जी देखो -9 में इत्थे रहन देंगे -8 भी इधर रहेगा। सब तो पहला किहनूं सॉल्व करना बार ब्रैकेट नूं और साडी बार ब्रैकेट कित्थे इत्थे पई है। बाकी किसी चीज़ को नहीं छेड़ना जी उदा ही रहन दो। हुण जी 13 च 7 माइनस करिए 6 आ गए जी। लो जी नाले सॉल्व हो गई नाले ब्रैकेट टुट गई ब्रैकेट का अपना काम खत्म हो गया तो वो छुट्टी हो गई। अगे की होएगा जी -9 माइनस -8 हुण इहदे विच छोटी ब्रैकेट 24 नूं 6 नाल डिवाइड करो कितना होंदा जी 6 × 24 4। हुण ब्रैकेट पाउणी पाओ नहीं पाउणी ना पाओ कोई गल नहीं क्योंकि आंसर पॉजिटिव आ रहा लो पा भी देने कोई गल नहीं। फिर अगे क्या जी -9 माइनस इत्थे हुण सिंपल इंटीजर संपूर्ण संख्यावां की एडिशन तो सबट्रैक्शन हो रही है तो क्योंकि साइन अपोजिट ने तो माइनस होएगा तो साइन जो नैगेटिव लगेगा। हुण ब्रैकेट के बाद फिर क्या गया जी माइनस जो ब्रैकेट खोलांगे तो की बन जाएगा जी प्लस भावें ए माइनस के बाद प्लस लग्या नज़र नहीं आता इनू भावें सिंपल इदा भी लिख लो कोई गल नहीं कोई फर्क नहीं पैंदा और इनू सॉल्व करके बड़ी गड्डे को -5। इस प्रकार ये सवाल किए जाते हैं ब्रैकेट्स के। और एक सवाल करते हैं जो थोड़ा जिहा औखा भी होए ये सवाल सी ये तो अगे मैं चाहना कि जिस तरह सवाल लिखा गया वा साडे को सवाल लिखा वा जी -2 प्लस लिखा जी 2 of 5 -3। हम मैं तेन गल दसी ही कि जो ऑफ आ गई ना पहले इनू सॉल्व करना
तो असल च ये -2 इतना लिखा रहेगा, तो 2 ऑफ का मतलब मल्टीप्लाई। एक और सवाल इदा का करांगे, फिर तुहानूं दसांगा गल। इनू इत्थे करना -2, पहला मल्टीप्लाई सॉल्व करना, 5 2 जा 10 ते -3। हुण जो इनू सॉल्व करना वा जी, आ देखो हुण इहदे विच क्या है जी, प्लस वाले तो 10 ही आ, पर माइनस वाले किन्ने ने, 2 इत्थे 3 इत्थे, ये माइनस वाले गए। इन्हू सॉल्व करके आंसर आ गया जी +5। मैं बिल्कुल इसी तरह का एक सवाल होर लेना वा, वो ये गल दसांगे तुहानूं कि जिस तरह साडे को लिखिया वा, साडे को लिखा जी 30 डिवाइड 5 ऑफ 2 -5, इन्हें सॉल्व करना है। हुण देखो ऑफ का मतलब की होंदा जी मल्टीप्लाई, ऑफ का मतलब की है जो आप इतने पहुँच गए तो आप क्या है पहले डिवीजन करनी है, तो डिवीजन नहीं पहला कर देनी, पहला ऑफ का जोड़ा काम है, ऑफ का काम है मल्टीप्लाई, पहले इनू करना वा तो कर दिए जी। इनू मैं दोवें सवाल इतने करांगा जी, 30 डिवाइड 10 -5। हुण डिवीजन का काम करांगे, डिवीजन का जो काम करांगे 30 नूं 10 दे नाल डिवाइड करांगे, 10 ते 30 कितना आ गया 3 ते -5 आ जिहड़ा है, तो सॉल्व करके गया -2, आंसर आ गया -2। पर जेकर सिंपल इहो ही सवाल सानूं उदां ही लिखिया हुंदा, नैक्सट सवाल आपां कहने जी, अगला सवाल है जी 30 डिवाइड 5 मल्टीप्लाई बाय 2 -5। जे ये सवाल इदां दिता हुंदा, ये सवाल तो इत्थों रकम स्टार्ट हुई है जी, पर जेकर सवाल आ दिता होवे, इहदे विच पहले डिवीजन करनी है। डिवीजन पहला करेंगे, 30 नूं 5 नाल डिवाइड करांगे, कितना आंसर आ गया जी 6 मल्टीप्लाई बाय 2 -5, फिर मल्टीप्लाई करांगे तो 12 जो 5 कटे 7। देखो ये क्या आंसर हो रहा है, क्योंकि इत्थे इन्हें क्या सी भी 30 चीज़ों नूं वंडना वा, 5 ऑफ 2 मतलब इसे 10 बन जाता है, मतलब पहला 30 चीज़ों नूं 10 में वंडो तो 3 आ गई, तो फिर -5 करना है, पर इत्थे की है पहला 3 नूं सिर्फ 5 में ही वंडना वा। ठीक है जी, इस करके बड़ा जरूर ध्यान रखना वा, ताकि ये जिहड़े सवाल है तुहानूं इहदे बारे कोई कन्फ्यूजन ना रह जाए, और इस तरह के सवाल एक दो होर करते हैं। साडे को लिखिया जी, नैक्सट सवाल करते हैं, वो सवाल दे विच मैं चाहुंदा भी कोई एक अद्धी गल होर जिहड़ी आ तुहानूं दसी जा सके। सानूं लिखिया जी नैक्सट सवाल दे विच 5 + 3 बार ब्रैकेट डिवाइड, लिखा जी साडे कोले 11 - 13 बार ब्रैकेट। सब तो पहले किनू सॉल्व करना, बार ब्रैकेट नूं, डिवीजन नूं नहीं। 5 3 कितना हो गया जी 8, जो ये डिवीजन हो गई तो काम खत्म हो गया था। डिवाइड 11 जो 13 माइनस कर रहे हैं, एक गल होर याद रखियो, जो छोटे च वड्डा माइनस करिए ना, सिंपल सबट्रैक्शन उदा ही होनी है, पर नाल कहता माइनस, तो बन गया -2। हुण आगे डिवाइड होएगी, जो डिवाइड होएगी तो 8 नूं 2 नाल डिवाइड करांगे तो 4 आंसर आएगा, पर नाल की होना जी, क्योंकि एक प्लस का देख माइनस का आंसर आएगा माइनस। इस प्रकार असीं ये जिहड़े सवाल ने ये कीते ने, तो मैं चाहुंदा वां कि तुहानूं कुछ सवाल होमवर्क लई दित्ते जाण, और वो सवाल तुसीं नोट कर लो, और थोड़े जे औखे सवाल भी ने, मैं कहांगा भी तुसीं क्योंकि रिवीजन कर लोगे तो सारे सौखे लगणगे। पहला सवाल 2 मल्टीप्लाई बाय 7 + 3 - 9। दूसरा सवाल 2 + 36 डिवाइड 9 -10। तीसरा सवाल 5 + 7 ब्रैकेट शुरू 8 - 9 - 2 बार
ठीक है जी। चौथा सवाल देने हैं जी तुहानू 10 माइनस बिग ब्रैकेट 8 माइनस करली ब्रैकेट 11 प्लस 30 डिवाइड स्मॉल ब्रैकेट 4 माइनस 5 माइनस 7 दा बार स्मॉल ब्रैकेट क्लोज करली ब्रैकेट क्लोज बिग ब्रैकेट क्लोज। ये सारे सवाल तुसीं करने हैं जी। सारिਆਂ ਦਾ बहुत बहुत थैंक्स। सत श्री अकाल।